गुड मॉर्निंग स्टूडेंट ਤੁਹਾਡਾ ਅੱਜ ਸੌਫਟਵੇਅਰ ਇੰਜੀਨੀਅਰਿੰਗ ਦਾ ਨੈਕਸਟ ਪਹਿਲਾ ਲੈਕਚਰ ਹੈਗਾ ਚ ਆਪਾਂ ਪੜ੍ਹਾਂਗੇ ਸਟਰਕਚਰ ਐਨਾਲਿਸਿਸ ਕੀ ਹੁੰਦੇ ਸਟਰਕਚਰ ਐਨਾਲਿਸਿਸ ਕੀ ਹੁੰਦੇ ਕੋਈ ਵੀ ਐਨਾਲਿਸਿਸ ਮਤਲਬ ਕਿ ਕੋਈ ਵੀ ਆਪਾਂ ਟੂਲਸ ਯੂਜ਼ ਕਰਕੇ ਕੋਈ ਵੀ ਆਪਾਂ ਕੀ ਕਹਿੰਦੇ ਐਲੀਮੈਂਟਸ ਯੂਜ਼ ਕਰਕੇ ਕੀ ਕਹਿੰਦੇ ਸਟਰਕਚਰ ਨੂੰ ਬਣਾਉਣਾ ਜਾਂ ਉਹਨੂੰ ਕਿੱਦਾਂ ਐਨਾਲਾਈਜ਼ ਕਰਨਾ ਆਪਾਂ ਕਹਿੰਦੇ ਸਟਰਕਚਰ ਐਨਾਲਿਸਿਸ ਇਹਦੇ ਵਿੱਚ ਆਪਾਂ ਕੀ ਕਹਿੰਦੇ ਕੋਈ ਵੀ ਸਿਸਟਮ ਦੀ ਇਨਫੋਰਮੇਸ਼ਨ ਕੋਈ ਵੀ ਸਿਸਟਮ 'ਤੇ ਆਪਾਂ ਕੰਮ ਕਰਦੇ ਉਹ ਇਨਫੋਰਮੇਸ਼ਨ ਡਿਸਕ੍ਰਾਈਬ ਕਰਨਾ ਕਿ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸਾਨੂੰ ਆਉਂਦੀ ਪਈ ਆ ਕਿ ਕਿਸ ਤਰ੍ਹਾਂ ਦਾ ਸੌਫਟਵੇਅਰ ਆ ਉਹ ਸੌਫਟਵੇਅਰ ਕਿੱਦਾਂ ਰਨ ਹੁੰਦਾ ਉਹ ਕਿਚਨ ਦੇ ਆਪਣੇ ਸਟਰਕਚਰ ਐਨਾਲਿਸਿਸ ਦੇ ਵਿੱਚ ਸਟਰਕਚਰ ਐਨਾਲਿਸਿਸ ਕੀ ਹੁੰਦਾ ਕਿ ਇੱਦਾਂ ਮੈਥਡ ਹੁੰਦਾ ਜਿਹੜਾ ਕੋਈ ਵੀ ਚੀਜ਼ ਨੂੰ ਡਿਵੈਲਪ ਕਰਦੇ ਜਾਂ ਫਿਰ ਕੋਈ ਵੀ ਸੌਫਟਵੇਅਰ ਨੂੰ ਕੀ ਕਹਿੰਦੇ ਸੌਫਟਵੇਅਰ 'ਚ ਚੇਂਜਸ ਕਰਨੇ ਆ ਸੌਫਟਵੇਅਰ ਨੂੰ ਡਿਵੈਲਪ ਕਰਨਾ ਸੌਫਟਵੇਅਰ ਡਿਵੈਲਪ ਮਤਲਬ ਕਰਨਾ ਕਿ ਕੋਈ ਸੌਫਟਵੇਅਰ ਬਣਾਇਆ ਉਹ 'ਚ ਆਪਾਂ ਕੀ ਸਿਕਿਉਰਿਟੀ ਕਰਾਉਣੀ ਕੀ ਚੇਂਜਸ ਕਰਨੀ ਹੈ ਕੀ ਚੀਜ਼ਾਂ ਐਡ ਕਰਨੀਆਂ ਕੀ ਡਿਲੀਟ ਕਰਨੀਆਂ ਕੀ ਅਪਡੇਟ ਕਰਨੀ ਆਪਾਂ ਕਿਚਨ ਦੇ ਸਟਰਕਚਰ ਐਨਾਲਿਸਿਸ ਦੇ ਵਿੱਚ ਠੀਕ ਹੈ ਇਹ 'ਚ ਆਪਾਂ ਕੀ ਕਹਿੰਦੇ ਸਿਸਟਮੈਟਿਕਲ ਅਪਰੋਚ ਯੂਜ਼ ਕਰਦੇ ਕਿ ਕਿੱਦਾਂ ਸਿਸਟਮ ਦੇ ਵਿੱਚ ਆਪਾਂ ਕਿਹੜੀ ਅਪਰੋਚ ਯੂਜ਼ ਕਰੀਏ ਕਿੱਦਾਂ ਕਿਹੜਾ ਮੈਥਡ ਲੱਗਣਾ ਕਿਹੜੇ ਫੇਸ 'ਚ ਕਿਹੜਾ ਕੰਮ ਹੋਣਾ ਉਹ ਖਿੱਚ ਆ ਜਾਂਦੇ ਆਪਣੇ ਸਿਸਟਮ ਐਨਾਲਿਸਿਸ ਦੇ ਵਿੱਚ ਠੀਕ ਹੈ ਅਤੇ ਇਹਦੇ ਵਿੱਚ ਆਪਾਂ ਕਹਿੰਦੇ ਗ੍ਰਾਫਿਕਲ ਟੂਲਸ ਯੂਜ਼ ਕਰਦੇ ਗ੍ਰਾਫਿਕਲ ਟੂਲਸ ਕੀ ਹੁੰਦਾ ਆਪਾਂ ਕੋਈ ਗ੍ਰਾਫ ਡਰੋ ਕਰਨਾ ਹੋਵੇ ਉਹਦੇ ਲਈ ਕਿਹੜੇ ਟੂਲਸ ਯੂਜ਼ ਕਰਨੇ ਡਿਫਰੈਂਟ ਉਹ ਆਪਣੇ ਕੀ ਕਹਿੰਦੇ ਗ੍ਰਾਫਿਕਲ ਟੂਲਸ ਦੇ ਵਿੱਚ ਅਤੇ ਇਹਨੂੰ ਆਪਾਂ ਸਟਰਕਚਰ ਐਨਾਲਿਸਿਸ ਤੇ ਕਹਿੰਦੇ ਇਹਦੇ ਕਿਹੜੇ ਐਟਰੀਬਿਊਟਸ ਹੁੰਦੇ ਇਹ ਕੀ ਡਿਫਾਈਨ ਕਰਦਾ ਗ੍ਰਾਫ ਕੀ ਡਿਫਾਈਨ ਕਰਦਾ ਕਿ ਆਪਣਾ ਕੀ ਕਹਿੰਦਾ ਫੋਰ ਐਗਜ਼ਾਮਪਲ ਕੀ ਕਹਿੰਦੇ ਆਪਾਂ ਕੀ ਕਹਿੰਦੇ ਆ ਕੋਈ ਵੈਬਸਾਈਟ ਬਣਾਈ ਠੀਕ ਹੈ ਵੈਬਸਾਈਟ ਕਿੰਨੀ ਪ੍ਰੋਡਕਟ ਦੀ ਸੇਲ ਹੁੰਦੀ ਹੈ ਉਹਦੇ ਕਿੰਨੀ ਇਨਕਰੀਜ਼ ਹੁੰਦੀ ਆ ਉਹ ਗ੍ਰਾਫਿਕਲੀ ਥਰੂ ਸ਼ੋ ਕਰਦੇ ਕਿ ਇੱਕ ਸਾਲ 'ਚ ਆਪਣੀ ਇੰਨੀ ਕੀ ਕਹਿੰਦੇ ਸੇਲ ਹੋ ਜਾਂਦੀ ਦੂਜੇ ਸਾਲ 'ਚ ਉਸ ਤੋਂ ਜ਼ਿਆਦਾ ਤੀਸਰੇ ਸਾਲ 'ਚ ਉਸ ਤੋਂ ਘੱਟ ਹੋਈ ਚੌਥੇ ਤੋਂ ਥੋੜ੍ਹੀ ਘੱਟ ਹੋਈ ਉਹ ਆਪਣੀ ਕਹਿੰਦੇ ਗ੍ਰਾਫਿਕਲਸ 'ਚ ਆਪਾਂ ਸ਼ੋ ਕਰ ਸਕਦੇ ਆ ਅਤੇ ਨੈਕਸਟ ਕੀ ਹੈਗਾ ਇਹਨੂੰ ਆਪਾਂ ਕੀ ਕਹਿੰਦੇ ਡਿਵਾਈਡ ਕਰਦੇ ਪ੍ਰੋਸੈਸ ਨੂੰ ਛੋਟੇ ਪ੍ਰੋਸੈਸ ਮਤਲਬ ਕੋਈ ਕਿੱਦਾਂ ਕੰਮ ਹੁੰਦਾ ਸੌਫਟਵੇਅਰ ਦੇ ਪ੍ਰੋਸੈਸ ਮਤਲਬ ਕਿੱਦਾਂ ਪ੍ਰੋਸੈਸਿੰਗ ਹੁੰਦੀ ਪਈ ਹਰ ਇੱਕ ਪਾਰਟ ਦੇ ਵਿੱਚ ਉਹਦੇ ਵਿੱਚ ਡਿਵਾਈਡ ਕਰਦੇ ਠੀਕ ਹੈ ਇਹ ਜੀ ਕਿ ਜੇ ਆਪਾਂ ਕੋਈ ਵੀ ਲੋਜੀਕਲ ਮਤਲਬ ਕੀ ਕਹਿੰਦੇ ਆ ਲੋਜਿਕ ਲਾਣਾ ਕੋਈ ਸਿਸਟਮ 'ਤੇ ਕੰਮ ਕਰਦੇ ਲੋਜਿਕ ਲਾਣਾ ਮਤਲਬ ਕੀ ਕਹਿੰਦੇ ਆ ਕੋਈ ਆਪਾਂ ਕੋਈ ਕੋਡਿੰਗ ਕੀ ਐਗਜ਼ੀਕਿਊਟ ਕਰਨੀ ਉਹ 'ਚ ਕੀ ਲੋਜਿਕ ਲੱਗੇ ਕੀ ਸਿਕਿਉਰਿਟੀ ਲੱਗੇ ਕੀ ਕੰਡੀਸ਼ਨਸ ਲੱਗਣੇ ਉਹ ਆਪਾਂ ਕਿਚਨ ਦੇ ਲੋਜੀਕਲ ਐਨਾਲਿਸਿਸ ਦੇ ਵਿੱਚ ਅਗਲੇ ਹੈਗੇ ਸਟਰਕਚਰ ਐਨਾਲਿਸਿਸ ਟੂਲਸ ਕਿਹੜੇ ਹੁੰਦੇ ਆ ਠੀਕ ਹੈ ਇਹ ਸਾਰੇ ਡਿਫਰੈਂਟ ਟੂਲਸ ਹੁੰਦੇ ਆ ਟੈਕਨੀਕਸ ਜਿਹੜੇ ਆਪਾਂ ਕੀ ਕਹਿੰਦੇ ਸਟਰਕਚਰ ਨੂੰ ਬਣਾਉਣ ਲਈ ਯੂਜ਼ ਕਰਦੇ ਪਹਿਲਾਂ ਡਾਟਾ ਫਲੋ ਡਾਇਗਰਾਮ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕੋਈ ਵੀ ਇਨਫੋਰਮੇਸ਼ਨ ਨੂੰ ਡਾਇਗਰਾਮੈਟਿਕਲੀ ਸ਼ੋ ਕਰਨਾ ਕਿਸ ਟਾਈਪ ਦਾ ਡਾਟਾ ਜਾਂਦਾ ਪਿਆ ਸਾਡਾ ਇੱਕ ਸਿਸਟਮ ਤੋਂ ਦੂਜੇ ਸਿਸਟਮ ਨੂੰ ਆਪਾਂ ਕਹਿੰਦੇ ਡਾਟਾ ਫਲੋ ਡਾਇਗਰਾਮ ਡਾਟਾ ਡਿਕਸ਼ਨਰੀ ਮਤਲਬ ਕੀ ਕਹਿੰਦੇ ਆ ਇਹ ਡਾਟਾ ਡਿਕਸ਼ਨਰੀ ਮਤਲਬ ਕਿ ਕੋਈ ਵੀ ਆਪਣਾ ਡਾਟਾ ਉਹਨੂੰ ਕੀ ਕਹਿੰਦੇ ਟੇਬਲਸ ਦੀ ਫਾਰਮ 'ਚ ਰੱਖਣਾ ਜਿਹਨੂੰ ਕਿੱਦਾਂ ਸਿਕਿਉਰਿਟੀ ਲਾ ਕੇ ਰੱਖੀ ਆ ਟੇਬਲਸ ਜੇ ਆਪਾਂ ਟੇਬਲਸ ਵੀ ਆਪਾਂ ਕਹਿੰਦੇ ਡਾਟਾ ਡਿਕਸ਼ਨਰੀ ਡਿਸੀਜਨ ਟਰੀਸ ਮਤਲਬ ਕੀ ਹੁੰਦਾ ਕਿ ਇਹਨੂੰ ਕੀ ਕਹਿੰਦੇ ਪਹਿਲਾਂ ਸਾਡਾ ਕੀ ਹੁੰਦਾ ਡਿਸੀਜਨ ਟਰੀ ਦੇ ਵਿੱਚ ਰੂਟ ਨੋਟ ਹੁੰਦਾ ਰੂਟ ਨੋਟ 'ਤੇ ਆਪਾਂ ਕਿ ਮੇਨ ਟੇਬਲ ਰੱਖਣਾ ਕਿ ਡਿਪਾਰਟਮੈਂਟ ਦਾ ਟੇਬਲ ਹੈ ਉਹਨੂੰ ਦੋ ਪਾਰਟ 'ਚ ਡਿਵਾਈਡ ਕਰਦੇ ਇੱਕ ਚਾਹੁੰਦਾ ਕਿ ਕਹਿੰਦੇ ਡਿਪਾਰਟਮੈਂਟ ਦਾ ਨੇਮ ਇੱਕ ਕਹਿੰਦੇ ਕਿ ਡਿਪਾਰਟਮੈਂਟ ਦੇ ਸਟਾਫ ਦਾ ਨੇਮ ਉਹ ਸਾਡਾ ਕੀ ਹੁੰਦਾ ਟਰੀ ਡਿਸੀਜਨ ਡਿਸੀਜਨ ਹੈ ਕਿ ਆਪਾਂ ਕਿਸ ਤਰੀਕੇ ਦਾ ਟਰੀ ਬਣਾਉਂਦੇ ਡਿਸੀਜਨ ਟੇਬਲਸ ਕੀ ਹੁੰਦੇ ਕਿ ਕੋਈ ਵੀ ਆਪਾਂ ਟੇਬਲ ਬਣਾਉਂਦੇ ਉਹ 'ਚ ਡਿਸੀਜਨ ਲੈਣਾ ਕਿਸ ਟਾਈਪ ਦਾ ਆਪਾਂ ਟੇਬਲ 'ਚ ਕੁਐਰੀ ਲੈਣੀ ਹੈ ਕਿਸ ਤਰ੍ਹਾਂ ਕੁਐਰੀ ਨੂੰ ਲਗਾ ਕੇ ਉਹਨੂੰ ਰਨ ਕਰਨਾ ਆਪਾਂ ਕੀ ਚਾਹੁੰਦੇ ਡਿਸੀਜਨ ਟੇਬਲਸ ਦੇ ਵਿੱਚ ਸਟਰਕਚਰਡ ਇੰਗਲਿਸ਼ ਮਤਲਬ ਕਹਿੰਦੇ ਆਪਾਂ ਕੀ ਕਹਿੰਦੇ ਆਪਾਂ ਕੋਈ ਸੌਫਟਵੇਅਰ ਆਪਾਂ ਕੋਈ ਇਹਦੀ ਲੈਂਗੁਏਜ ਵੀ ਦੋਗੇ ਕਿ ਆਪਾਂ ਹਾਂ ਕੀ ਕਹਿੰਦੇ ਵੈਬਸਾਈਟ ਇੰਗਲਿਸ਼ ਲੈਂਗੁਏਜ ਯੂਜ਼ ਕਰਨੀ ਹਿੰਦੀ ਕਰਨੀ ਪੰਜਾਬੀ ਕਰਨੀ ਉਹ ਕਿੱਦਾਂ ਉਹਦਾ ਸਟਰਕਚਰ ਕਿੱਦਾਂ ਤਿਆਰ ਹੁੰਦਾ ਜੇ ਆਪਾਂ ਕੋਈ ਇੰਗਲਿਸ਼ ਲੈਂਗੁਏਜ ਉਹਦੀ ਕਿੱਦਾਂ ਕੋਡਿੰਗ ਹੋਣੀ ਆਪਾਂ ਕਹਿੰਦੇ ਸਟਰਕਚਰਡ ਇੰਗਲਿਸ਼ ਦੇ ਵਿੱਚ ਪ੍ਰੋਸੀਡਰ ਕੋਡ ਕੀ ਹੁੰਦੇ ਕਿ ਆਪਣਾ ਪ੍ਰੋਸੀਡਰ ਕੋਡਸ ਹੁੰਦੇ ਕਿ ਆਪਾਂ ਕੋਈ ਵੀ ਕੁਐਰੀ ਨੂੰ ਰਨ ਕਰਨਾ ਡਿਫਰੈਂਟ ਕੋਡਸ ਲੈ ਕੇ ਉਹਨੂੰ ਸੂਡੋ ਕੋਡਸ ਕਹਿੰਦੇ ਠੀਕ ਹੈ ਸਿੱਧਾ ਸਾਡਾ ਡਾਇਗਰਾਮ ਆ ਇਨਫੋਰਮੇਸ਼ਨ ਗੈਦਰਿੰਗ ਠੀਕ ਹੈ ਇਨਫੋਰਮੇਸ਼ਨ ਗੈਦਰਿੰਗ ਕਿਹੜੇ ਡਿਫਰੈਂਟ ਪਾਰਟ ਡਿਵਾਈਡ ਹੁੰਦੇ ਪਹਿਲਾਂ ਕੀ ਕਹਿੰਦੇ ਆ ਡਾਟਾ ਫਲੋ ਡਾਇਗਰਾਮ ਬਣਾਉਂਦੀ ਹੈ ਫਿਰ ਇਨਫੋਰਮੇਸ਼ਨ ਸਾਡੀ ਕਿੱਥੇ ਜਾਂਦੀ ਡਿਸੀਜਨ ਟਰੀ 'ਚ ਜਾਣੀ ਹੈ ਫਿਰ ਡਿਸੀਜਨ ਟੇਬਲਸ ਬਣਾਉਣੇ ਨੇ ਫਿਰ ਸਟਰਕਚਰ ਕਰੀ ਕਿ ਆਪਾਂ ਕੀ ਕਹਿੰਦੇ ਕਿਸ ਤਰ੍ਹਾਂ ਦੀ ਕੁਐਰੀ ਐਗਜ਼ੀਕਿਊਟ ਕਰਨੀ ਟੇਬਲਸ ਬਣਾਉਣ ਲਈ ਠੀਕ ਹੈ ਫਿਰ ਕਿਸ ਤਰ੍ਹਾਂ ਦਾ ਕੋਡ ਆਪਾਂ ਲਗਾਉਂਦੇ ਪਏ ਉਹਨੂੰ ਟੇਬਲਸ ਬਣਾਉਣ ਨੂੰ ਆਪਾਂ ਕਹਿੰਦੇ ਸੂਡੋ ਕੋਡ ਦੇ ਵਿੱਚ ਅਤੇ ਇਹ ਸਭ ਕਿਹਦੇ ਵਿੱਚ ਜਾਂਦੀ ਪਈ ਆ ਡਾਟਾ ਡਿਸੀਜਨ ਟਰੀ ਡਿਸੀਜਨ ਟੇਬਲ ਸਟਰਕਚਰ ਕੁਐਰੀ ਡਾਟਾ ਆਰਗੇਨਾਈਜੇਸ਼ਨ ਵਿੱਚ ਹੁੰਦਾ ਡਾਟਾ ਆਰਗੇਨਾਈਜੇਸ਼ਨ ਮਤਲਬ ਕਿ ਕੋਈ ਵੀ ਸਾਡੀ ਇਨਫੋਰਮੇਸ਼ਨ ਸਾਡੀ ਇਹਦੇ ਸਿਸਟਮ ਤਾਂ ਆਉਂਦੀ ਕਿਹਦੇ ਫੋਰਮ 'ਚ ਆਪਾਂ ਉਹਨੂੰ ਸੇਵ ਕਰਦੇ ਡਾਟਾ ਬੇਸ ਦੀ ਫੋਰਮ 'ਚ ਉਹਨੂੰ ਆਪਾਂ ਕਹਿੰਦੇ ਡਾਟਾ ਆਰਗੇਨਾਈਜੇਸ਼ਨ ਕਿ ਡਾਟਾ ਨੂੰ ਕਿੱਦਾਂ ਆਪਾਂ ਆਰਗੇਨਾਈਜ਼ ਕਰਕੇ ਰੱਖ ਸਕਦੇ ਟੇਬਲਸ ਦੀ ਫੋਰਮ 'ਚ ਅਤੇ ਸਾਡਾ ਪਹਿਲਾ ਹੈਗਾ ਡਾਟਾ ਫਲੋ ਡਾਇਗਰਾਮਸ ਕੀ ਹੈ ਕਿ ਸਾਡੀ ਟੈਕਨੋਲੋਜੀ ਜਿਸ ਨੂੰ ਇਹਨੂੰ ਆਪਾਂ ਯੂਜ਼ ਕਰਕੇ ਆਪਾਂ ਕੋਈ ਵੀ ਆਪਾਂ ਸਿਸਟਮ ਨੂੰ ਕੀ ਕਹਿੰਦੇ ਗ੍ਰਾਫਿਕਲੀ ਫੋਰਮ 'ਚ ਰਿਪਰਜੈਂਟ ਕਰ ਸਕਦੇ ਆ ਠੀਕ ਹੈ ਡਿਫਰੈਂਟ ਪਾਰਟ 'ਚ ਇਹ ਕੀ ਕਹਿੰਦੇ ਡਾਟਾ ਫਲੋ ਡਾਇਗਰਾਮ ਸਾਨੂੰ ਕੀ ਸ਼ੋ ਕਰਦੇ ਕਿ ਆਪਾਂ ਕੀ ਕਹਿੰਦੇ ਆ ਡਾਟਾ ਦੇ ਉੱਤੇ
ਕੀ ਸ਼ੋ ਕਰਦੇ ਆਪਾਂ ਕਿੱਦਾਂ ਡਾਟਾ ਤੇ ਉਹਦੇ ਵਿੱਚ ਆਪਾਂ ਕਿਸ ਤਰੀਕੇ ਦਾ ਕੰਮ ਕਰਨਾ ਸਿਸਟਮ ਦੇ ਵਿੱਚ, ਠੀਕ ਹੈ। ਤੇ ਹੋਰ ਇਹ ਕੀ ਸਪੈਸੀਫਾਈ ਕਰਦੇ ਕਿ ਸਾਡੇ ਜੋ ਵੀ ਆਪਾਂ ਕਰੰਟ ਸਿਸਟਮ ਤੇ ਕੰਮ ਕਰਦੇ ਉਹ ਕਿੱਦਾਂ ਇੰਪਲੀਮੈਂਟ ਹੁੰਦਾ ਪਿਆ, ਕੰਮ ਕਿੱਦਾਂ ਚੱਲਦਾ ਪਿਆ, ਠੀਕ ਹੈ। ਉਹ ਆਪਣੇ ਡਾਟਾ ਫਲੋ ਡਾਇਗਰਾਮਸ 'ਚ ਆ ਜਾਂਦੇ ਆ। ਇਹਦੇ ਵਿੱਚ ਕਹਿੰਦਾ ਇਨੀਸ਼ੀਅਲ ਸਟੇਜ ਮਤਲਬ ਕਿ ਆਪਾਂ ਪਹਿਲੇ ਇਨੀਸ਼ੀਅਲ ਸਟੇਜ ਤੇ ਪਹਿਲੇ ਤਾਂ ਕੀ ਨਾ ਡਿਜ਼ਾਈਨਿੰਗ ਫੇਜ਼ ਹੁੰਦਾ। ਡਿਜ਼ਾਈਨਿੰਗ ਫੇਜ਼ ਮਤਲਬ ਕਿ ਪਹਿਲੇ ਫੇਜ਼ ਤੇ ਆਪਾਂ ਕਿਹੜੀ ਡਿਜ਼ਾਈਨਿੰਗ ਕਰਨੀ, ਠੀਕ ਹੈ। ਨੈਕਸਟ ਕੀ ਜੋ ਵੀ ਉੱਤੇ ਆਪਾਂ ਫੰਕਸ਼ਨ ਲਗਾਓ ਆਪਾਂ ਕਿੱਦਾਂ ਡਿਫਰੈਂਟ ਪਾਰਟ 'ਚ ਡਿਵਾਈਡ ਕਰਨਾ, ਠੀਕ ਹੈ, ਆਪਣੇ ਕਿਚਨ ਦੇ ਡਾਟਾ ਫਲੋ ਡਾਇਗਰਾਮਸ ਦੇ ਵਿੱਚ। ਤੇ ਆਪਣਾ ਨੈਕਸਟ ਹੈਗਾ ਬੇਸਿਕ ਐਲੀਮੈਂਟਸ। ਕੀ ਹੈਗਾ ਬੇਸਿਕ ਐਲੀਮੈਂਟ, ਆਪਾਂ ਕੀ ਯੂਜ਼ ਕਰਦੇ ਕਿ ਆਪਾਂ ਉਹਨੂੰ ਕੀ ਕਹਿੰਦੇ ਡਾਟਾ ਫਲੋ ਡਾਇਗਰਾਮ ਕਿੱਦਾਂ ਰਿਪਰੈਜ਼ੈਂਟ ਕਰਨਾ। ਜੇ ਆਪਾਂ ਐਡਮਿਨ ਦਾ ਪੇਜ ਬਣਾਉਣਾ ਉਹਨੇ ਕਿੱਦਾਂ ਡਿਫਰੈਂਟ ਫੇਜ਼ 'ਚ ਕੰਮ ਕਰਨਾ, ਕਿ ਸਿਕਿਉਰਿਟੀ ਦਾ ਅਲੱਗ, ਕੋਡਿੰਗ ਦਾ ਅਲੱਗ, ਡਿਜ਼ਾਈਨਿੰਗ ਉਹਦੀ ਅਲੱਗ ਕਰਨੀ, ਟੈਸਟਿੰਗ ਉਹਦੀ ਅਲੱਗ ਕਰਨੀ, ਸਿਕਿਉਰਿਟੀ ਉਹਦੀ ਅਲੱਗ ਲੈਣੀ। ਆਪਣੇ ਕਿਚਨ ਦੇ ਡਾਟਾ ਫਲੋ ਡਾਇਗਰਾਮਸ ਤੇ ਐਲੀਮੈਂਟਸ ਹੈ, ਠੀਕ ਹੈ। ਇਹਦੇ ਮੇਨ ਇਹਦੇ ਸਿੰਬਲਸ ਕੀ ਹੁੰਦੇ ਡਾਟਾ ਫਲੋ ਡਾਇਗਰਾਮ ਸਾਨੂੰ ਸਕੇਅਰ 'ਚ ਮਿਲਦੇ ਆ, ਠੀਕ ਹੈ। ਸਕੇਅਰ ਮਤਲਬ ਆ ਤੁਹਾਡਾ ਜਿਹੜਾ ਕੀ ਕਹਿੰਦੇ ਸਿੰਬਲ ਤੁਹਾਨੂੰ ਯੂਜ਼ ਕੀਤਾ ਗਿਆ ਆ ਉਹ ਤੁਹਾਡਾ ਸਕੇਅਰ ਹੁੰਦਾ। ਇਹ ਕੀ ਕਰਦੇ ਸਾਨੂੰ ਦੱਸਦੇ ਕਿ ਕਿੱਦਾਂ ਸਾਡਾ ਡੈਸਟੀਨੇਸ਼ਨ ਮਿਲਦਾ ਸਾਡੇ ਡਾਟਾ ਨੂੰ, ਠੀਕ ਹੈ। ਐਰੋ ਕੀ ਰਿਪਰੈਜ਼ੈਂਟ ਕਰਦੇ ਪਏ ਜਿਹੜੇ ਇੱਕ ਫੋਰਵਰਡ ਐਰ ਇੱਕ ਬੈਕਵਰਡ ਐਰ ਹੈ। ਇਹ ਮਤਲਬ ਕੀ ਰਿਪਰੈਜ਼ੈਂਟ ਕਰਦੇ ਡਾਟਾ ਫਲੋ, ਸਾਡਾ ਡਾਟਾ ਕਿਸ ਫਲੋ 'ਚ ਜਾਂਦਾ ਪਿਆ, ਠੀਕ ਹੈ। ਜੇ ਫੋਰਵਰਡ ਜਾਂਦਾ ਹੈ ਫੋਰਵਰਡ ਦਾ ਐਰੋ ਸ਼ੋ ਕਰਨਾ, ਜੇ ਬੈਕਵਰਡ ਜਾਂਦਾ ਬੈਕਵਰਡ ਦਾ ਸ਼ੋ ਕਰਨਾ। ਅਤੇ ਅੱਗੇ ਨੈਕਸਟ ਸਿੰਬਲ ਹੁੰਦਾ ਸਰਕਲ। ਸਰਕਲ ਕੀ ਦੱਸਦਾ ਹੁੰਦਾ ਕਿ ਪ੍ਰੋਸੈਸ ਕਿੱਦਾਂ ਟਰਾਂਸਫਰ ਹੁੰਦਾ ਵਾ, ਪ੍ਰੋਸੈਸ ਡਾਟਾ ਕਿੱਦਾਂ ਟਰਾਂਸਫਰ ਹੁੰਦਾ ਵਾ, ਤਾਂ ਕਿੱਦਾਂ ਫਲੋ ਹੁੰਦਾ ਇੱਕ ਸਿਸਟਮ ਤੋਂ ਦੂਜੇ ਸਿਸਟਮ ਦੇ ਵਿੱਚ। ਓਪਨ ਰੈਕਟੈਂਗਲ ਮਤਲਬ ਕਿ ਰੈਕਟੈਂਗਲ ਬਣਿਆ ਪਰ ਕੀ ਕਹਿੰਦੇ ਤਿੰਨ ਸਾਈਡ ਇਨਕਲੋਜ਼ ਕਰਨੀ, ਇੱਕ ਸਾਈਡ ਉਹਨੇ ਕੀ ਕਹਿੰਦੇ ਕਲੋਜ਼ ਨਹੀਂ ਕਰਨੀ। ਇਹ ਕੀ ਕਰ ਸਕਦਾ ਡਾਟਾ ਨੂੰ ਸਟੋਰ ਕਰਦੇ, ਕਿਸ ਟਾਈਪ ਦਾ ਸਾਡਾ ਡਾਟਾ ਆਉਂਦਾ ਪਿਆ ਉਹਨੂੰ ਕਿਸ ਤਰ੍ਹਾਂ ਆਪਾਂ ਸਟੋਰ ਕਰਕੇ ਰੱਖਣਾ ਆਪਣੇ ਕਿਚਨ ਦੇ ਡਾਟਾ ਸਟੋਰ ਦੇ ਵਿੱਚ। ਤੇ ਡਾਟਾ ਫਲੋ ਡਾਇਗਰਾਮਸ ਕਿਸ ਟਾਈਪ ਦੇ ਹੁੰਦੇ, ਇਹ ਦੋ ਟਾਈਪ ਦੇ ਹੁੰਦੇ, ਇੱਕ ਫਿਜ਼ੀਕਲ ਡਾਟਾ ਫਲੋ ਡਾਇਗਰਾਮਸ ਅਤੇ ਲੌਜੀਕਲ ਡਾਟਾ ਫਲੋ ਡਾਇਗਰਾਮਸ। ਫਿਜ਼ੀਕਲ ਡਾਟਾ ਫਲੋ ਡਾਇਗਰਾਮਸ ਕੀ ਹੁੰਦੇ, ਇਹ 'ਚ ਆਪਾਂ ਕਹਿੰਦੇ ਇੰਪਲੀਮੈਂਟੇਸ਼ਨ ਕਰਨੀ ਹੈ, ਠੀਕ ਹੈ। ਫੰਕਸ਼ਨ ਮਤਲਬ ਇੰਪਲੀਮੈਂਟ ਕੋਈ ਵੀ ਕੋਡ ਰਨ ਕਰਨਾ ਉਹ 'ਚ ਦੇਖਣਾ ਆਪਾਂ ਕਿੱਦਾਂ ਦੇ ਫੰਕਸ਼ਨਸ ਪਰਫੋਰਮ ਹੁੰਦੇ ਵੀ ਉਹ ਆਪਣੇ ਆ ਜਾਂਦੇ ਆ ਫਿਜ਼ੀਕਲ ਡਾਟਾ ਫਲੋ ਡਾਇਗਰਾਮਸ। ਦੂਸਰੀ ਕੀ ਇਹ 'ਚ ਆਪਾਂ ਇੰਪਲੀਮੈਂਟੇਸ਼ਨਸ ਵੀ ਕਰਦੇ ਆ ਅਤੇ ਆਪਾਂ ਦੇਖਣਾ ਕਿ ਕਿੱਦਾਂ ਸਾਡਾ ਡਾਟਾ ਜਾਂਦਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਆਪਾਂ ਪ੍ਰੋਸੈਸ ਕਰਦੇ ਹੋ ਆਪਣੇ ਕਿਚ ਆ ਜਾਂਦੇ ਆ ਲੌਜੀਕਲ ਡਾਟਾ ਫਲੋ ਡਾਇਗਰਾਮਸ। ਤੇ ਇਹ 'ਚ ਆਪਾਂ ਕੀ ਪ੍ਰੋਵਾਈਡ ਕਰਦੇ ਲੈਵਲਸ ਪ੍ਰੋਵਾਈਡ ਕਰਦੇ ਕਿ ਹਰ ਇੱਕ ਲੈਵਲ 'ਚ ਆਪਾਂ ਕਿਸ ਤਰੀਕੇ ਨਾਲ ਕੰਮ ਕਰਨਾ, ਫਸਟ ਲੈਵਲ 'ਚ ਕਿੱਦਾਂ ਕੰਮ ਹੋਣਾ, ਸੈਕਿੰਡ 'ਚ ਕਿੱਦਾਂ ਹੋਣਾ, ਥਰਡ 'ਚ ਕਿੱਦਾਂ ਹੋਣਾ। ਅਤੇ ਇਹ ਆਪਾਂ ਕੀ ਇਹਦੇ ਵਿੱਚ ਆਪਾਂ ਕਹਿੰਦੇ ਸੋਫਟਵੇਅਰ 'ਤੇ ਕੰਮ ਕਰਨਾ ਹੈ ਉਹ ਆਪਣੇ ਕਿਚ ਆਉਂਦੇ ਫਿਜ਼ੀਕਲ ਡਾਟਾ ਫਲੋ ਡਾਇਗਰਾਮਸ। ਅਤੇ ਆਪਣਾ ਨੈਕਸਟ ਹੈਗਾ ਲੌਜੀਕਲ ਮਤਲਬ ਕਿ ਆਪਾਂ ਸਿਸਟਮ 'ਚ ਕੰਮ ਕਰਦੇ ਉਹਨੂੰ ਐਕਸਪਲੇਨ ਕਰਨਾ ਕਿ ਸਿਸਟਮ ਕਿਸ ਤਰੀਕੇ ਨਾਲ ਕੰਮ ਕਰਦਾ, ਕਿਸ ਤਰ੍ਹਾਂ ਡਾਟਾ ਰਿਕੁਆਇਰਡ ਹੁੰਦਾ ਪਿਆ, ਹਰ ਕੀ ਐਲੀਮੈਂਟ ਯੂਜ਼ ਕਰਦਾ ਆਪਣੇ ਕਿਚਨ ਲੌਜੀਕਲ ਡਾਟਾ ਫਲੋ ਡਾਇਗਰਾਮਸ। ਅਤੇ ਨੈਕਸਟ ਹੈਗਾ ਆਪਣਾ ਕੰਟੈਂਟ ਡਾਇਗਰਾਮ। ਕੰਟੈਂਟ ਡਾਇਗਰਾਮ ਕੀ ਹੁੰਦਾ ਕਿ ਸਾਨੂੰ ਕੋਈ ਵੀ ਇਨਫੋਰਮੇਸ਼ਨ ਦੇਣੀ ਆਪਾਂ ਕਿੱਦਾਂ ਡਾਇਗਰਾਮੈਟਿਕਲੀ ਸ਼ੋ ਕਰਨੀ ਕਿ ਕਿਹੜਾ ਟੇਬਲ ਕਿੰਨਾ ਕਨੈਕਟ, ਕਿਹੜੀ ਇਨਫੋਰਮੇਸ਼ਨ ਕਿਹੜੇ ਟੇਬਲ 'ਚ ਜਾਂਦੀ ਵੀ ਆਪਣੇ ਜਾਂਦੇ ਕੰਟੈਂਟ ਡਾਇਗਰਾਮਸ ਦੇ ਵਿੱਚ। ਜਿੱਦਾਂ ਸਾਡਾ ਪਹਿਲਾ ਹੈਗਾ ਕਿ ਸਟੂਡੈਂਟ, ਠੀਕ ਹੈ। ਸਟੂਡੈਂਟ ਨੂੰ ਆਪਾਂ ਕੀ ਕਹਿੰਦੇ ਪੇਮੈਂਟ ਕਰੂਗਾ, ਠੀਕ ਹੈ। ਪੇਮੈਂਟ ਸਾਡੀ ਕਿੱਥੇ ਜਾਊਗੀ ਮੈਸੇਜ ਮੈਨੇਜਮੈਂਟ ਕਿ ਜਿਹਨਾਂ ਵੀ ਕੀ ਕਹਿੰਦੇ ਸਾਡਾ ਕੀ ਕਹਿੰਦੇ ਇਹ ਕੀ ਕਹਿੰਦੇ ਸਾਡੀ ਵੈਬਸਾਈਟ ਕਨੈਕਟ ਹੋ ਗਈ, ਠੀਕ ਹੈ। ਫਿਰ ਉਹਨੇ ਕੀ ਕਹਿੰਦੇ ਬਿਲਸ ਸਾਡੇ ਕਿਤੇ ਮੈਸੇਜ ਮੈਨੇਜਮੈਂਟ 'ਚ ਜਾਣੇ, ਠੀਕ ਹੈ। ਮੈਨੇਜਮੈਂਟ 'ਚ ਚਲੇ ਗਏ ਫਿਰ ਇਹਨੇ ਕੀ ਕਰਨਾ ਵੈਂਡਰਸ ਮਤਲਬ ਕਿ ਕਿਸ ਤਰ੍ਹਾਂ ਦੀ ਸਾਨੂੰ ਰਿਕੁਆਇਰਮੈਂਟਸ ਮਿਲਦੀਆਂ ਪਈਆਂ ਕਿ ਕਿਸ ਤਰ੍ਹਾਂ। ਫਿਰ ਨੈਕਸਟ ਕੀ ਆਉਣਾ ਸਾਡੀ ਸਪਲਾਈਜ਼, ਕਿਸ ਤਰ੍ਹਾਂ ਪ੍ਰੋਡਕਟ ਦੀ ਸਪਲਾਈ ਹੁੰਦੀ ਪਈ ਉਹ ਦੇਖਣੀ ਹੈ। ਫਿਰ ਨੈਕਸਟ ਆਪਾਂ ਜਾਂਦੇ ਆ ਸਕਰਵੀ ਵਿੱਚ ਕੀ ਕਹਿੰਦੇ ਦੇਖਣਾ ਕਿਸ ਤਰ੍ਹਾਂ ਦਾ ਮੈਸੇਜ ਤੁਹਾਨੂੰ ਆਉਂਦਾ ਪਿਆ, ਕਿਸ ਤਰ੍ਹਾਂ ਪ੍ਰੋਡਕਟ ਦੀ ਡਿਮਾਂਡ ਹੁੰਦੀ ਵੀ ਸਾਡੇ ਇਹਦੇ ਵਿੱਚ ਚੈੱਕ ਹੁੰਦੀ ਹੈ, ਠੀਕ ਹੈ। ਨੈਕਸਟ ਮੈਸ ਮੈਨੇਜਰ ਮਤਲਬ ਕਿ ਕਿਹੜੇ ਵੀ ਮੈਸੇਜ ਆਣੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਆਣੀ ਸਾਡੇ ਕਿਚ ਸ਼ੋ ਹੋਣੀ ਆ ਕਿਚ ਹੈਂਡਲ ਕਰਨੀ ਆਪਾਂ ਮੈਸ ਮੈਨੇਜਰ ਦੇ ਵਿੱਚ। ਇਹ ਤੁਹਾਡਾ ਹੈਗਾ ਡਾਇਗਰਾਮ। ਨੈਕਸਟ ਹੈਗਾ ਡਾਟਾ ਡਿਕਸ਼ਨਰੀ ਕੀ ਹੁੰਦੀ ਕਿ ਆਪਾਂ ਕਿੱਦਾਂ ਸਟਰਕਚਰ ਯੂਜ਼ ਕਰਨਾ ਕਿ ਜੇ ਸਟਰਕਚਰ ਆਪਾਂ ਯੂਜ਼ ਕਰਦੇ ਕਿਸ ਤਰ੍ਹਾਂ ਦੇ ਆਪਾਂ ਡਾਟਾ ਲੈ ਕੇ ਐਲੀਮੈਂਟ ਯੂਜ਼ ਕਰਦੇ ਸਿਸਟਮ ਨੂੰ ਬਣਾਉਣ ਲਈ ਆਪਾਂ ਕਹਿੰਦੇ ਹੁੰਦੇ ਡਾਟਾ ਡਿਕਸ਼ਨਰੀ। ਇਹ ਕੀ ਕਰਦੇ ਸਾਡੀ ਵੈਲਿਊ ਸਟੋਰ ਕਰਕੇ ਰੱਖਦੇ ਡਾਟਾ ਫਲੋ ਡਾਇਗਰਾਮਸ ਦੇ ਵਿੱਚ। ਅਤੇ ਇਹ ਸਹੀ ਕਿ ਹੋਰ ਡਾਟਾ ਡਿਕਸ਼ਨਰੀ ਦਾ ਕੀ ਕੰਮ ਹੁੰਦਾ ਕਿ ਇਹਨੇ ਇੰਪਰੂਵ ਸਾਡੀ ਕਮਿਊਨੀਕੇਸ਼ਨ ਕਿੱਦਾਂ ਕਰਨੀ ਆ, ਕਿੱਦਾਂ ਆਪਾਂ ਇੱਕ ਦੂਜੇ ਨਾਲ ਕੋਈ ਕਸਟਮਰ ਨਾਲ ਗੱਲ ਕਰਨੀ ਉਹਨੂੰ ਵੀ ਕੀ ਕਰਦਾ ਇੰਪਰੂਵ ਕਰਦਾ ਅਤੇ ਐਨਾਲਾਈਜ਼ ਕਰਦਾ ਕਿ ਹੋਰ ਯੂਜ਼ਰ ਦੀ ਕੀ ਰਿਕੁਆਇਰਮੈਂਟਸ ਆਉਂਦੀਆਂ ਪਈਆਂ ਆ। ਅਤੇ ਨੈਕਸਟ ਆਪਣਾ ਹੈਗਾ ਆ ਕਿ ਸਾਡਾ ਟੇਬਲ ਹੈ ਕਿ ਉਹ ਕੀ ਕਹਿੰਦਾ ਡਾਟਾ ਨੇਮ ਦਾ ਸਾਨੂੰ ਕਿੱਦਾਂ ਡਿਸਕ੍ਰਾਈਬ ਉਹਦਾ ਕਰੈਕਟਰ ਕਿੰਨਾ ਦਾ ਅੱਗੇ ICBM ਮਤਲਬ ਕਿ ICBM ਵੀ ਕੀ ਕਹਿੰਦਾ ਸਾਡਾ ਇੱਕ ਤਰ੍ਹਾਂ ਡਾਟਾ ਹੈ ਉਹ ਸਾਨੂੰ ਕੀ ਪ੍ਰੋਵਾਈਡ ਕਰਦਾ ਨੰਬਰਸ, ਠੀਕ ਹੈ। ਨੰਬਰ ਸਾਡੇ ਕਿੰਨੇ ਕਰੈਕਟਰ 10 ਕਰੈਕਟਰ। ਟਾਈਟਲ ਕੀ ਕੋਈ ਵੀ ਕੰਮ ਕਰਦੇ ਮੇਨ ਟਾਈਟਲ ਕੀ ਆ ਉਹ ਕੀ ਸਾਨੂੰ ਕੀ ਡਿਸਕ੍ਰਾਈਬ ਕਰਦਾ ਟਾਈਟਲ। ਇਹ ਟਾਈਟਲ ਦਾ ਕਰੈਕਟਰ ਕਿੰਨਾ ਹੁੰਦਾ ਹੈ 60। ਅਤੇ ਅੱਗੇ ਸਬ ਮਤਲਬ ਕਿ ਉਹਦਾ ਕੀ ਕਹਿੰਦਾ ਕਿੱਦਾਂ ਡਿਸਕ੍ਰਾਈਬ ਕਰਦੇ ਬੁੱਕਸ ਸਬਜੈਕਟ ਉਹ 'ਚ ਕਿਸ ਟਾਈਪ ਦਾ ਆਪਾਂ ਸਬਜੈਕਟ ਯੂਜ਼ ਕਰਦੇ ਪਏ ਉਹ ਹੈਗੇ ਤੇ ਸਾਡੇ ਡੇਟਾ ਟਾਈਪ ਉਹਦੇ ਕਰੈਕਟਰ ਕਿੰਨਾ ਆਪਣਾ 80।
ਤੇ ਅ ਨੇਮ ਕੀ ਹੁੰਦਾ, ਇਹ ਨੇਮ ਮਤਲਬ ਕਿ ਕੋਈ ਚੀਜ਼ ਦਾ ਨਾਮ ਦੇ ਨਾਲ ਆਪਾਂ ਕਿੱਦਾਂ ਯੂਜ਼ ਸ਼ੋ ਕਰ ਸਕਦੇ, ਔਥਰ ਦੇ ਨੇਮ ਦੇ ਨਾਲ। ਉਹਦਾ ਕਰੈਕਟਰ ਕਿੰਨਾ ਹੁੰਦਾ ਆਪਣਾ 15। ਤੇ ਸਾਨੂੰ ਨੈਕਸਟ ਆਉਂਦਾ ਡਿਸੀਜਨ ਟਰੀ ਕੀ ਹੁੰਦਾ। ਤੁਹਾਨੂੰ ਡਿਸੀਜਨ ਟਰੀ ਪਤਾ ਹੀ ਹੈ ਕਿ ਸਾਡੇ ਕੋਈ ਵੀ ਮੈਥਡ ਆਪਾਂ ਯੂਜ਼ ਕਰਨੇ ਆਪਾਂ ਨੂੰ ਕਿੱਦਾਂ ਡਿਸਕਰਾਈਬ ਕਰਨਾ, ਕਿੱਦਾਂ ਪ੍ਰੋਬਲਮ ਨੂੰ ਸੋਲਵ ਕਰਨਾ, ਕਿੱਦਾਂ ਕਮਿਊਨੀਕੇਟ ਕਰਦੇ ਆ, ਉਹ ਆਪਾਂ ਕਿੱਦਾਂ ਸ਼ੋ ਕਰਦੇ ਡਾਇਗਰਾਮੈਟਿਕਲੀ। ਉਹ ਸਾਡੇ ਕਿੱਦਾਂ ਟਰੀ ਲਾਈਕ ਸਟਰਕਚਰ। ਤੇ ਨੈਕਸਟ ਆਪਣਾ ਹੈਗਾ ਆ ਕਿ ਜਿੱਦਾਂ ਸਾਡਾ ਡਾਇਗਰਾਮ ਆ, ਠੀਕ ਹੈ। ਪਹਿਲਾ ਕੀ ਹੈ, ਜਿੱਦਾਂ ਜਿੱਥੇ ਤੁਹਾਡਾ ਰਾਊਂਡ ਲੱਗਾ ਉਹ ਤੁਹਾਡਾ ਫਸਟ ਹੈ, ਕੰਡੀਸ਼ਨਸ ਫਸਟ ਤੇ ਕੰਡੀਸ਼ਨ ਸੈਕਿੰਡ। ਕੰਡੀਸ਼ਨ ਫਸਟ ਸਾਡੇ ਕਿਹੜੇ ਬਾਕਸ 'ਤੇ ਲੱਗੀ ਹੈ, ਸਕੇਅਰ ਤੇ ਸੈਕਿੰਡ ਤੇ ਸਾਡੀ ਫਸਟ ਕੰਡੀਸ਼ਨ ਦੂਸਰੀ ਕਿੱਥੇ ਲੱਗੀ ਹੈ, 6th ਬਾਕਸ 'ਤੇ, ਠੀਕ ਹੈ। ਫਿਰ ਐਕਸ਼ਨ ਮਤਲਬ ਕੰਮ ਕਰਦਾ ਹੈ। ਐਕਸ਼ਨ ਨੂੰ ਆਪਾਂ ਕਿੰਨੇ ਪਾਰਟ 'ਚ ਡਿਵਾਈਡ, ਅਗਲੀ ਐਕਸ਼ਨ ਜੋ ਕਰੂਗੇ ਉਹ ਵੀ ਅੱਗੇ 2 ਕੰਡੀਸ਼ਨ 'ਚ ਡਿਵਾਈਡ ਹੋ ਗਿਆ, ਕੰਡੀਸ਼ਨ ਥਰਡ ਤੇ ਕੰਡੀਸ਼ਨ ਫੋਰਥ। ਤੇ ਕੀ ਕਹਿੰਦੇ ਕੰਡੀਸ਼ਨ ਜਿਹੜੀ ਥਰਡ ਹੈ ਕਿ ਸਕੇਅਰ ਬਾਕਸ 'ਚ ਜਾਂਦੀ 4th, ਫਿਰ ਜਿਹੜੀ ਕੰਡੀਸ਼ਨ ਥਰਡ ਹੈ 5th ਬਾਕਸ 'ਚ ਜਾਂਦਾ। ਫਿਰ ਇਹਨਾਂ ਨੇ ਆਪਣੇ ਐਕਸ਼ਨਸ ਪਰਫਾਰਮ ਕਰਦੇ। ਇਹ ਸਾਡੇ ਅੰਦਰ ਡਿਸੀਜਨ ਟਰੀ ਕਿ ਹਰ ਇੱਕ ਟਰੀ 'ਚ ਜਾ ਕੇ ਉਹਨੂੰ ਕਿਸ ਤਰੀਕੇ ਦਾ ਕੰਮ ਕਰਨਾ, ਕਿਸ ਤਰੀਕੇ ਦੀ ਕੋਡਿੰਗ ਐਗਜ਼ੀਕਿਊਟ ਕਰਨੀ, ਕਿੱਦਾਂ ਕੰਡੀਸ਼ਨਸ ਲਗਾਉਣੀਆਂ ਤੇ ਉਹਨੂੰ ਕਿੱਦਾਂ ਐਕਸ਼ਨਸ ਨੂੰ ਪਰਫਾਰਮ ਕਰਨਾ, ਉਹ ਸਾਡੇ ਕਿਹ ਜਾਂਦੇ ਡਿਸੀਜਨ ਟਰੀ ਦੇ ਵਿੱਚ। ਤੇ ਨੈਕਸਟ ਆਪਣਾ ਹੈਗਾ ਡਿਸੀਜਨ ਟੇਬਲਸ ਕੀ ਹੁੰਦਾ। ਡਿਸੀਜਨ ਟੇਬਲਸ ਕੀ ਹੁੰਦੇ, ਕੋਈ ਵੀ ਮੈਥਡ ਲਾਉਂਦੇ ਆਪਾਂ, ਕੋਈ ਵੀ ਮੈਥਡ ਲਾ ਕੇ ਟੇਬਲਸ ਬਣਾਉਂਦੇ ਜਾਂ ਕੋਈ ਨੂੰ ਟੇਬਲਸ ਦਾ ਰਿਲੇਸ਼ਨਸ਼ਿਪ ਦੱਸਦੇ, ਉਹਨੂੰ ਆਪਾਂ ਕਹਿੰਦੇ ਡਿਸੀਜਨਸ ਟੇਬਲਸ, ਠੀਕ ਹੈ। ਇਹ ਕੀ ਕਹਿੰਦੇ ਆ, ਇਹਨਾਂ ਆਪਾਂ ਕੀ ਕਹਿ ਸਕਦੇ ਆ, ਕੀ ਕਹਿੰਦੇ ਈਜ਼ੀਲੀ ਆਪਾਂ ਇਹਨੂੰ ਅੰਡਰਸਟੈਂਡ ਕਰ ਸਕਦੇ। ਆਪਾਂ ਕਿਹਦੇ ਲਈ ਯੂਜ਼ ਕਰਦੇ ਮੇਨਲੀ ਡਿਸੀਜਨ ਟੇਬਲਸ, ਕੋਈ ਵੀ ਆਪਾਂ ਸਿਚੁਏਸ਼ਨ ਹੋਵੇ, ਕੋਈ ਰਿਜ਼ਲਟ ਪ੍ਰੋਵਾਈਡ ਕਰਨਾ, ਡਿਪੈਂਡ ਕਰਨਾ ਹੋਵੇ ਕਿ ਕਿੱਦਾਂ ਕੰਬਾਈਨ ਕਰਦੇ ਵੀ ਕੰਡੀਸ਼ਨਸ ਨੂੰ ਆਪਾਂ ਕੀ ਚਾਹੁੰਦੇ ਡਿਸੀਜਨ ਟੇਬਲਸ ਦੇ ਵਿੱਚ। ਆਪਾਂ ਕੋਈ ਵੀ ਆਪਾਂ ਡਾਟਾ ਰੱਖਣਾ ਹੋਵੇ ਰੋਜ਼ ਜਾਂ ਕੋਲਮਸ ਦੇ ਵਿੱਚ, ਉਦੋਂ ਲਈ ਵੀ ਆਪਾਂ ਕੀ ਯੂਜ਼ ਕਰਦੇ ਡਿਸੀਜਨ ਟੇਬਲਸ। ਰੋਜ਼ ਕੋਲਮ ਤੇ ਟੇਬਲਸ ਬਣਾ ਲੈਣਾ, ਠੀਕ ਹੈ। ਕਿਸ ਟਾਈਪ ਦਾ ਡਾਟਾ ਚਾਹੀਦਾ, ਸਟੂਡੈਂਟ ਦਾ ਡਾਟਾ ਚਾਹੀਦਾ, ਸਟੂਡੈਂਟ ਦੀ ਆਈਡੀ, ਸਟੂਡੈਂਟ ਦਾ ਨੇਮ, ਐਡਰੈਸ ਤੇ ਰੋਲ ਨੰਬਰ, ਉਹ ਸਾਡੇ ਕਿਚਨ ਦੇ ਰੋਲਸ ਤੇ ਕੋਲਮਸ ਦੇ ਵਿੱਚ। ਇੱਥੇ ਆਪਾਂ ਕਿਹੜੇ ਕੰਪੋਨੈਂਟਸ ਯੂਜ਼ ਕਰਦੇ, ਕੰਡੀਸ਼ਨਲ ਪਹਿਲਾਂ ਹੈ ਕੰਡੀਸ਼ਨ ਸਟੱਬ। ਕੰਡੀਸ਼ਨ ਸਟੱਬ ਕੀ ਹੁੰਦਾ ਕਿ ਅੱਪਰ ਲੈਫਟ ਕੁਆਡ ਹੁੰਦਾ ਕਿ ਅੱਜ ਆਪਾਂ ਕੰਡੀਸ਼ਨ ਚੈੱਕ ਕਰਨੀ ਆਪਾਂ ਕਿਸ ਤਰ੍ਹਾਂ ਦੇ ਕੰਡੀਸ਼ਨਸ 'ਤੇ ਕੰਮ ਹੁੰਦਾ ਪਿਆ, ਕਿਸ ਤਰ੍ਹਾਂ ਟੇਬਲਸ ਪਰਫਾਰਮ ਹੁੰਦੇ ਹੈਗੇ। ਐਕਸ਼ਨ ਸਟੱਬ ਕੀ ਹੁੰਦਾ, ਇਹ ਕਿੱਥੇ ਕੰਮ ਹੁੰਦਾ, ਇਹ ਵੀ ਸਾਡੇ ਲੈਫਟ ਕੁਆਡ 'ਤੇ ਕੰਮ ਹੁੰਦਾ, ਪਰ ਇਹਨੇ ਚੈੱਕ ਕਰਨੇ ਆਊਟਲਾਈਨਸ ਚੈੱਕ ਕਰਨੇ ਕਿਸ ਤਰ੍ਹਾਂ ਸਾਡੇ ਐਕਸ਼ਨਸ ਪਰਫਾਰਮ ਹੁੰਦੇ ਪਏ ਡਿਸੀਜਨ ਟੇਬਲਸ ਦੇ ਵਿੱਚ। ਤੇ ਸਾਡਾ ਨੈਕਸਟ ਹੈਗਾ ਕੰਡੀਸ਼ਨ ਐਂਟਰੀ। ਕੰਡੀਸ਼ਨ ਐਂਟਰੀ ਕੀ ਹੁੰਦਾ ਕਿ ਇਹ ਸਾਡੇ ਸਾਡੇ ਰਾਈਟ ਕੁਆਡ 'ਤੇ ਕੰਮ ਕਰਦਾ। ਇਹਨੇ ਕੀ ਕਹਿੰਦਾ ਕਿ ਕੋਈ ਵੀ ਕੁਐਸਚਨਸ ਆਉਗੇ ਸਾਨੂੰ, ਕੋਈ ਵੀ ਉਹਦੇ ਕੀ ਕਹਿੰਦੇ ਕੁਐਸਚਨ ਦਾ ਆਨਸਰਸ ਦੇਣਾ ਤੇ ਉਹਨੂੰ ਕੀ ਕਹਿੰਦੇ ਕੰਡੀਸ਼ਨ ਨੂੰ ਸੋਲਵ ਕਰਨੀ ਆ। ਅੱਗੇ ਸਾਡਾ ਹੈਗਾ ਐਕਸ਼ਨ ਐਂਟਰੀ। ਐਕਸ਼ਨ ਐਂਟਰੀ ਕੀ ਹੁੰਦੀ ਕਿ ਇਹ ਲੋਅਸਟ ਰਾਈਟ 'ਤੇ ਕੰਮ ਕਰਦੀ ਹੈ। ਇਹਨੇ ਦੇਖਣਾ ਕਿ ਕਿਸ ਤਰ੍ਹਾਂ ਦੇ ਆਪਾਂ ਅਪਰੋਚ ਯੂਜ਼ ਕਰਦੇ ਪਏ, ਕਿਸ ਤਰ੍ਹਾਂ ਦਾ ਰਿਜ਼ਲਟ ਮਿਲਦਾ ਪਿਆ ਤੇ ਉਹ ਕੰਡੀਸ਼ਨ ਸਾਡੇ ਕਿੱਦਾਂ ਐਂਟਰੀਸ ਹੁੰਦੀਆਂ ਪਈ ਇਹਦੇ ਕੁਆਡ ਦੇ ਵਿੱਚ। ਇਹ ਸਾਡੇ ਆਉਂਦੇ ਆ ਐਕਸ਼ਨ ਕੁਆਡਸ। ਤੇ ਨੈਕਸਟ ਹੈਗਾ ਆਪਣਾ ਕਿਸ ਤਰ੍ਹਾਂ ਦੀ ਕੰਡੀਸ਼ਨਸ ਹੋ ਸਕਦੀ ਹੈ, ਠੀਕ ਹੈ। ਕਿ 'ਚ ਯੈਸ ਕਰਨੀ, ਕਿ 'ਚ ਨੋ ਕਰਨੀ, ਠੀਕ ਹੈ। ਪਹਿਲਾ ਕੰਡੀਸ਼ਨ ਹੈ ਐਡਵਾਂਸ ਪੇਮੈਂਟ ਮੇਡ। ਕੋਈ ਵੀ ਆਪਾਂ ਔਨਲਾਈਨ ਪੇਮੈਂਟ ਕਰਦੇ, ਠੀਕ ਹੈ, ਉਹਨੂੰ ਉਹ ਕਿੱਦਾਂ ਬਣਦੀ ਹੈ, ਠੀਕ ਹੈ। ਰੂਲ ਫਸਟ ਆ ਉਹ ਸਾਡਾ ਕੀ ਕਹੂੰਗਾ ਇਹ 'ਚ ਅਲੱਗ ਮਤਲਬ ਯੈਸ ਹੋਣੀ, ਰੂਲ ਸੈਕਿੰਡ ਵੀ ਨਹੀਂ ਇਹ 'ਚ ਹੋਣਾ, ਨਾ ਰੂਲ ਥਰਡ ਹੋਣਾ, ਨਾ ਰੂਲ ਫੋਰਥ ਹੋਣਾ। ਕੋਈ ਚੀਜ਼ ਆਪਾਂ ਵੇਚਦੇ ਪਏ ਆ, ਸਪੋਜ਼ ਕਰੋ ਆਪਾਂ ਕੋਈ ਅਮਾਊਂਟ ਆ 10,000, ਠੀਕ ਹੈ। ਪਹਿਲੇ 'ਚ ਕੀ ਕਹਿੰਦੇ ਫੋਲੋ ਨਹੀਂ ਹੋਣੀ ਬਲੈਂਕ, ਦੂਸਰੇ 'ਚ ਹੋਣੀ ਹੈ ਰੂਲ ਫੋਲੋ ਹੋਣਾ, ਤੀਸਰੇ 'ਚ ਫੋਲੋ, ਚੌਥੇ 'ਚ ਫੋਲੋ ਨਹੀਂ ਹੋਣਾ। ਰੈਗੂਲਰ ਕਸਟਮਰ, ਕੋਈ ਵਾਰ ਰੈਗੂਲਰ ਕਸਟਮਰ ਸਾਡੇ ਆਉਂਦੇ, ਠੀਕ ਹੈ, ਉਹ ਕੀ ਕਹਿੰਦੇ ਕਿਸ ਸਾਡੀ ਡਿਮਾਂਡ ਕਰਦੇ, ਕਿਸ ਸਾਡੇ ਪ੍ਰੋਡਕਟ ਲੈਂਦੇ ਪਏ। ਪਹਿਲਾ ਰੂਲ ਨਹੀਂ ਲੱਗਣਾ, ਦੂਸਰਾ ਰੂਲ ਤੁਹਾਡਾ ਲੱਗਣਾ, ਤੀਸਰਾ ਨਹੀਂ ਲੱਗਣਾ, ਚੌਥਾ ਵੀ ਨਹੀਂ ਲੱਗਣਾ। ਤੇ ਸਟਰਕਚਰ ਇੰਗਲਿਸ਼ ਤੁਹਾਨੂੰ ਪਤਾ ਹੈ ਕਿ ਇਹ ਕੀ ਹੁੰਦਾ ਕਿ ਆਪਾਂ ਕੋਈ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕਰਕੇ ਕੀ ਕਹਿੰਦੇ ਆ ਉਹਨੂੰ ਕਹਿੰਦੇ ਡਿਸਕ੍ਰਾਈਬ ਕਰਨਾ ਕਿਸ ਤਰ੍ਹਾਂ ਆਪਾਂ ਪ੍ਰੋਸੈਸ ਯੂਜ਼ ਕਰਦੇ ਨੇ, ਆਪਾਂ ਸਟਰਕਚਰ ਇੰਗਲਿਸ਼ ਕਹਿ ਦਿੰਦੇ ਆ, ਠੀਕ ਹੈ। ਇਹਦਾ ਸਟਰਕਚਰ ਕੀ ਹੈ ਆਪਣਾ ਕਿ ਜਿੱਦਾਂ ਫੋਰ ਐਗਜ਼ਾਮਪਲ ਹੈਗਾ ਇਫ ਕੋਈ ਕੰਡੀਸ਼ਨਸ ਲਾਈ, ਠੀਕ ਹੈ। ਇਫ ਕਸਟਮਰ ਪੇਜ਼ ਐਡਵਾਂਸ ਕੀ ਆਪਾਂ ਦੇਖੀਏ ਕਿ ਕੋਈ ਕਸਟਮਰ ਸਾਨੂੰ ਪੇ ਕਰਦਾ, ਠੀਕ ਹੈ। ਦੈਨ ਜੇ 50% ਕੀ ਕਹਿੰਦੇ ਕਸਟਮਰ ਸਾਨੂੰ ਕੀ ਕਹਿੰਦੇ ਪੇ ਕਰਦਾ ਵਾ ਐਡਵਾਂਸ, ਫਿਰ ਉਹਨੇ ਸਾਨੂੰ ਕਿੰਨੇ ਦੇਣੇ 5% ਡਿਸਕਾਊਂਟ। ਐਲਸ ਜੇ ਕੀ ਕਹਿੰਦੇ ਲੈਸ ਦੈਨ ਗ੍ਰੇਟਰ ਦੈਨ 10,000, ਫਿਰ ਉਹਨੇ ਕੀ ਕਹਿਣਾ ਇਫ ਇਜ਼ 10 ਫਿਰ ਸਾਨੂੰ ਉਹਨੇ 5% ਡਿਸਕਾਊਂਟ ਦੇਣਾ। ਐਲਸ ਨੋ ਡਿਸਕਾਊਂਟ, ਜੇ ਇੱਦਾਂ ਦਾ ਕੁਛ ਨਹੀਂ ਹੋਏਗਾ ਫਿਰ ਤੁਹਾਨੂੰ ਕੋਈ ਡਿਸਕਾਊਂਟ ਨਹੀਂ ਦੇਣਾ। ਐਂਡ ਇਫ ਇਲਸ ਨੋ ਡਿਸਕਾਊਂਟ ਮਤਲਬ ਐਂਡ ਇਫ ਕੰਡੀਸ਼ਨਸ ਲਾਈਕ ਮਤਲਬ ਜੇ ਇਹ ਵੀ ਨਾ ਫਿਰ ਸਾਨੂੰ ਕੋਈ ਡਿਸਕਾਊਂਟ ਮਿਲੇ ਐਂਡ ਇਫ ਨਾ ਆਪਾਂ ਕਰਨ ਨੂੰ ਬੰਦ। ਸੂਡੋ ਕੋਡਸ ਕੀ ਹੁੰਦੇ ਆ ਕਿ ਇਹ ਕੀ ਹੁੰਦੇ ਕਿ ਇਹ ਕੀ ਕਹਿੰਦੇ ਕਨਫਰਮ ਨਹੀਂ ਹੁੰਦੀ ਕਿ ਇਹ ਪ੍ਰੋਗਰਾਮਿੰਗ ਲੈਂਗੁਏਜ, ਜਸਟ ਇਹਨੇ ਡਿਫਾਈਨ ਕਰਨਾ ਕਿਸ ਤਰ੍ਹਾਂ ਕਹਿੰਦਾ ਲੈਂਗੁਏਜਸ ਯੂਜ਼ ਕਰਦੇ ਪਏ ਇਹਦੇ ਵਿੱਚ ਕਿਹੜੀ ਟਾਈਪ ਦੀ ਲੈਂਗੁਏਜ ਯੂਜ਼ ਕਰਨੀ ਹੈ, ਠੀਕ ਹੈ। ਇਹ ਸੂਡੋ ਕੋਡਸ ਹੁੰਦੇ ਆਪਣੇ। ਤੇ ਇਹਦਾ ਡਾਇਗਰਾਮ ਕੀ ਹੁੰਦਾ, ਠੀਕ ਹੈ। ਪਹਿਲਾਂ ਸਾਡੇ ਇਨਪੁਟ ਸਾਡੀ ਖਿੱਚੀ ਜਾਂਦੀ ਫੰਕਸ਼ਨਸ ਦੇ ਵਿੱਚ। ਫੰਕਸ਼ਨ ਦੇ ਵਿੱਚ ਆਪਾਂ ਕੀ ਕਰਨਾ ਕਿ
ਕਿਹੜੀ ਚੀਜ਼ਾਂ ਨੂੰ ਆਪਾਂ ਕੰਟਰੋਲ ਕਰਨਾ ਹੈ, ਕਿੱਦਾਂ ਕੋਡਿੰਗ ਕਰਨੀ, ਉਹਨੂੰ ਕਿੱਦਾਂ ਕੰਟਰੋਲ ਕਰਨਾ, ਸਿਕਿਉਰਿਟੀ ਨੂੰ ਕਿੱਦਾਂ ਕੰਟਰੋਲ ਕਰਕੇ ਰੱਖਣਾ, ਤੇ ਮੈਕੈਨਿਜ਼ਮ 'ਚ ਕਿਸ ਤਰ੍ਹਾਂ ਆਪਾਂ ਮੈਕੈਨਿਜ਼ਮ ਜਾਂ ਕੋਈ ਮੈਥਡ ਲਾਇਆ ਉਹ ਆਪਣੇ ਕੀ ਚਾਹੁੰਦੇ ਫੰਕਸ਼ਨ ਦੇ ਵਿੱਚ। ਤੇ ਅੱਗੇ ਆਪਣੀ ਆਊਟਪੁੱਟ, ਜੋ ਵੀ ਆਪਾਂ ਕੰਮ ਕੀਤਾ ਸਾਨੂੰ ਕਿਤੇ ਸਕਰੀਨ 'ਤੇ ਉਹਦੀ ਆਊਟਪੁੱਟ ਸ਼ੋ ਹੋ ਜਾਂਦੀ ਆ। ਤੇ ਨੈਕਸਟ ਸਾਡਾ ਹੈਗਾ ਕਿ ਇਹ ਸਾਡਾ ਹੈਗਾ ਡਿਸੀਜਨ ਟਰੀ ਦਾ ਡਾਇਗਰਾਮ। ਠੀਕ ਹੈ, ਜਿੱਦਾਂ ਪਹਿਲਾਂ ਹੈਗਾ ਕਿ ਸਾਡਾ ਹਾਈਅਰ ਲੈਵਲ ਹੁਣ ਤੋਂ ਲੈ ਕੇ ਲੋਅਰ ਲੈਵਲ ਤੱਕ ਆਪਾਂ ਕੀ ਕਹਿੰਦੇ ਕੰਮ ਕਰਦੇ ਆ। ਹਾਈਅਰ ਲੈਵਲ ਤੋਂ ਸਟਾਰਟ ਹੋ ਜਾਂਦਾ ਕਿ ਪਹਿਲੇ ਪਾਰਟ 'ਚ ਆਪਾਂ ਇਹ ਕੰਮ ਕਰਨਾ। ਠੀਕ ਹੈ, ਕੰਡੀਸ਼ਨਸ ਚੈੱਕ ਹੋਣੀਆਂ ਕਿ ਜੇ ਆਪਾਂ ਕੰਡੀਸ਼ਨ ਸਹੀ ਹੋਈ ਫਿਰ ਉਹਨੂੰ ਦੋ ਡਿਫਰੈਂਟ ਪਾਰਟ 'ਚ ਕੰਮ ਕਰਨਾ। ਠੀਕ ਹੈ, ਜੇ ਦੂਸਰੀ ਕੰਡੀਸ਼ਨ ਸੈਟਿਸਫਾਈ ਹੋਰ ਡਿਫਰੈਂਟ ਪਾਰਟ 'ਚ ਡਿਵਾਈਡ ਕਰਨਾ, ਆਪਾਂ ਕਹਿੰਦੇ ਓਬਜੈਕਟ ਓਰੀਐਂਟਡ। ਠੀਕ ਹੈ, ਫੰਕਸ਼ਨ ਓਰੀਐਂਟਡ ਆਪਣਾ ਕੀ ਹੁੰਦਾ ਬਣਾਇਆ ਫੰਕਸ਼ਨ ਓਰੀਐਂਟਡ ਆਪਾਂ ਕੀ ਕਹਿੰਦੇ। ਠੀਕ ਹੈ, ਇਹ ਕੀ ਮੇਨਲੀ ਕੀ ਕਹਿੰਦੇ ਇੱਦਾਂ ਦੇ ਡਿਜ਼ਾਈਨਰ ਕੀ ਕਹਿੰਦੇ ਕੋਈ ਸੌਫਟਵੇਅਰ ਨੂੰ ਬਣਾਉਣਾ ਮੈਨੂੰ ਕਿੱਦਾਂ ਡਿਫਰੈਂਟ ਪਾਰਟ 'ਚ ਆਪਾਂ ਡਿਵਾਈਡ ਕਰਦੇ ਆ, ਕਿਹੜੇ ਡਿਫਰੈਂਟ ਯੂਨਿਟ ਯੂਜ਼ ਕਰਦੇ ਆ, ਕਿੱਦਾਂ ਫੰਕਸ਼ਨਸ ਪਰਫੋਰਮ ਹੁੰਦੇ ਆਪਣੇ ਕੀ ਕਹਿੰਦੇ ਫੰਕਸ਼ਨ ਓਰੀਐਂਟਡ ਡਿਜ਼ਾਈਨ ਦੇ ਵਿੱਚ। ਠੀਕ ਹੈ, ਇਹਦਾ ਜਨਰਲੀ ਪ੍ਰੋਸੀਜਰ ਕੀ ਹੈ ਮੈਂ ਕਿ ਕਿੱਦਾਂ ਕੰਮ ਹੁੰਦਾ। ਪਹਿਲਾਂ ਕਿੱਥੋਂ ਸਟਾਰਟ ਹੁੰਦਾ ਹਾਈ ਲੈਵਲ ਤੋਂ। ਹਾਈ ਲੈਵਲ 'ਚ ਇਹਨੇ ਹਰ ਇੱਕ ਚੀਜ਼ ਡਿਸਕ੍ਰਾਈਬ ਕਰਨੀ ਕਿਸ ਟਾਈਪ ਦਾ ਸੌਫਟਵੇਅਰ ਯੂਜ਼ ਕਿਸ ਤਰ੍ਹਾਂ ਦੇ ਪ੍ਰੋਗਰਾਮਿੰਗ ਕਰਦੇ ਆ ਆਪਣੇ ਹਾਈ ਲੈਵਲ 'ਚ ਆ ਜਾਂਦੀ ਹੈ। ਅਤੇ ਹਰ ਇੱਕ ਪਾਰਟ ਨੈਕਸਟ ਕੀ ਹੈ ਹਰ ਇੱਕ ਪਾਰਟ ਨੂੰ ਡਿਸਕ੍ਰਾਈਬ ਕਰਦੇ ਕਿੱਦਾਂ ਹਰ ਇੱਕ ਪਾਰਟ 'ਚ ਨੇ ਕਹਿੰਦੇ ਹਰ ਚੀਜ਼ ਨੂੰ ਡਿਫਾਈਨ ਕਰਨਾ ਆਪਣੇ ਕਹਿੰਦੇ ਜੈਨਰਿਕ ਪ੍ਰੋਸੀਜਰ 'ਚ ਆ ਜਾਂਦੀ ਆ। ਐਕਚੁਅਲੀ ਇਹਦੀ ਕਿਹੜੀ ਪ੍ਰੋਬਲਮ ਜਿੱਦਾਂ ਕਿ ਟੋਪ ਡਾਊਨ ਟੋਪ ਡਾਊਨ ਡਿਜ਼ਾਈਨ ਕਰਨਾ ਹੋਵੇ ਉਹ 'ਚ ਪ੍ਰੋਬਲਮ ਆ ਜਾਂਦੀ ਕਿ ਕੋਈ ਮੋਡਿਊਲ ਡਿਫਰੈਂਟ ਪਾਰਟ 'ਚ ਡਿਵਾਈਡ ਕਰਨਾ ਹੋਵੇ, ਕਈ ਵਾਰ ਸਿਕਿਉਰਿਟੀ 'ਚ ਪ੍ਰੋਬਲਮ ਆ ਜਾਂਦੀ ਹੈ, ਇਹਨੂੰ ਆਪਾਂ ਟੋਪ ਡਾਊਨ ਡਿਜ਼ਾਈਨ ਮੈਥਡ ਕਹਿੰਦੇ ਆ। ਅੱਗੇ ਸੋਲਿਊਸ਼ਨਸ ਇਹਦੇ ਕੀ ਹੈ ਕਿ ਇਹਦਾ ਸੋਲਿਊਸ਼ਨਸ ਆਪਣੇ ਕੀ ਨਿਕਲ ਸਕਦੇ ਆਪਾਂ ਇਹ ਡਿਜ਼ਾਈਨਿੰਗ ਨੂੰ ਰੀਯੂਜ਼ੇਬਲ ਮਤਲਬ ਕਿ ਦੁਬਾਰਾ ਯੂਜ਼ ਕਰਕੇ ਕਿ ਉਹਨੂੰ ਕੀ ਕਹਿੰਦੇ ਮੋਡਿਊਲ 'ਤੇ ਕੰਮ ਕਰੀਏ ਕਿ ਇਹਦੀ ਪ੍ਰੋਬਲਮਸ ਆਪਾਂ ਸੋਲਵ ਕਰ ਸਕਦੇ ਆ। ਮਤਲਬ ਕਿ ਕੋਈ ਵੀ ਮੋਡਿਊਲ ਹੈਗਾ ਇੱਕ ਮੋਡਿਊਲ ਨੂੰ ਪਹਿਲਾਂ ਇੱਕ ਮੋਡਿਊਲ 'ਤੇ ਕੰਮ ਕਰਨਾ, ਜੇ ਉਹਨੂੰ ਦੋ ਡਿਫਰੈਂਟ ਪਾਰਟ 'ਚ ਡਿਵਾਈਡ ਕੀਤਾ ਉਹਨੂੰ ਹਰ ਇੱਕ 'ਚ ਆਪਾਂ ਕੰਮ ਕਰਨਾ, ਇਸ ਤਰੀਕੇ ਨਾਲ ਆਪਾਂ ਸੋਲਿਊਸ਼ਨਸ ਕੱਢ ਸਕਦੇ ਆ। ਅਗਲਾ ਆਪਣਾ ਹੈਗਾ ਫੰਕਸ਼ਨ ਓਰੀਐਂਟਡ ਸਟੇਜਸ ਕਿਹੜੇ ਹੁੰਦੇ ਆ। ਠੀਕ ਹੈ, ਪਹਿਲਾਂ ਆਪਾਂ ਕੀ ਕਹਿੰਦੇ ਡਾਟਾ ਫਲੋ ਡਾਇਗਰਾਮਸ ਬਣਾ ਸਕਦੇ ਹਾਂ। ਠੀਕ ਹੈ, ਡਾਟਾ ਫਲੋ ਡਾਇਗਰਾਮ ਤੁਹਾਨੂੰ ਪਤਾ ਹੈ ਕਿ ਮੈਨੂੰ ਡਿਫਰੈਂਟ ਡਾਇਗਰਾਮਸ ਦੇ ਥਰੂ ਸ਼ੋ ਕਰਨਾ ਇਨਫੋਰਮੇਸ਼ਨਸ ਨੂੰ। ਡਾਟਾ ਡਿਕਸ਼ਨਰੀ ਕੀ ਹੁੰਦਾ ਕਿ ਇਨਫੋਰਮੇਸ਼ਨ ਆਪਾਂ ਕਿੱਦਾਂ ਸਟੋਰ ਕਰਕੇ ਰੱਖਣਾ ਆ, ਕਿੱਦਾਂ ਆਪਾਂ ਐਲੀਮੈਂਟਸ ਯੂਜ਼ ਕਰਨੇ ਡਾਟਾ ਫਲੋ ਡਾਇਗਰਾਮਸ ਲਈ। ਠੀਕ ਹੈ, ਅਤੇ ਹਰ ਇੱਕ ਸਟੇਜ 'ਚ ਆਪਾਂ ਕਿੱਦਾਂ ਕੰਮ ਕਰਨਾ ਫਿਰ ਡਾਟਾ ਡਿਕਸ਼ਨਰੀ ਚੱਲਦਾ। ਸਟਰਕਚਰ ਚਾਰਟ ਮਤਲਬ ਕੀ ਕਹਿੰਦੇ ਕਿ ਕੋਈ ਵੀ ਸਾਡੀ ਸਾਡੀ ਇਨਫੋਰਮੇਸ਼ਨ ਹੈਗੀ ਨਾ ਕਿੱਦਾਂ ਸਟਰਕਚਰ ਕਿੱਦਾਂ ਰੀਪ੍ਰਜੈਂਟ ਕਰਨਾ ਹੈ ਕਿ ਡਿਫਰੈਂਟ ਪਾਰਟ 'ਚ ਜਿੱਦਾਂ ਪਹਿਲਾਂ ਆਪਾਂ ਨੇ ਰੂਟ ਨੋਟ ਆ ਉਹਨੂੰ ਦੋ ਪਾਰਟ 'ਚ ਡਿਵਾਈਡ ਕੀਤਾ। ਠੀਕ ਹੈ, ਉਹ ਦੋ ਪਾਰਟ 'ਚ ਕਿੱਦਾਂ ਕੰਮ ਹੁੰਦਾ ਆ ਉਹ ਪਾਰਟ ਡਿਫਾਈਨ ਕਰਨਾ ਅੱਗੇ ਨੈਕਸਟ ਪਾਰਟ 'ਚ ਹੁਣ ਆਪਾਂ ਕਹਿੰਦੇ ਸਟਰਕਚਰ ਚਾਰਟ। ਸੂਡੋ ਕੋਡ ਕੀ ਹੁੰਦੇ ਆ ਕਿ ਮੇਨਲੀ ਇਹ ਹੁੰਦੇ ਕਿ ਆਪਾਂ ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕੀਤੀ। ਠੀਕ ਹੈ, ਆਪਾਂ ਕਹਿੰਦੇ ਕਿ ਆਪਾਂ ਇਹਦੇ ਲਈ ਕਿ ਇੰਗਲਿਸ਼ ਲੈਂਗੁਏਜ ਰੱਖ ਲਓ ਉਹਦੇ ਡਿਫਰੈਂਟ ਫੰਕਸ਼ਨ ਪਰਫੋਰਮ ਕਰਕੇ ਉਹ ਕੀ ਕਹਿੰਦੇ ਸਾਡੇ ਲੈਂਗੁਏਜ ਨੂੰ ਸ਼ੋ ਕਰ ਦਿੰਦੇ ਆਪਾਂ ਕਹਿੰਦੇ ਸੂਡੋ ਕੋਡਸ। ਓਬਜੈਕਟ ਓਰੀਐਂਟਡ ਡਿਜ਼ਾਈਨ ਕੀ ਹੁੰਦੇ ਆ ਮੇਨਲੀ ਕੀ ਕਹਿੰਦੇ ਆਪਾਂ ਕਹਿੰਦੇ ਮੈਥਡ ਯੂਜ਼ ਕਰਦੇ ਕਿ ਕਿੱਦਾਂ ਆਪਾਂ ਓਬਜੈਕਟ ਨੂੰ ਕਲੈਕਟ ਕਰਨਾ ਆ, ਕਿੱਦਾਂ ਉਹਨੂੰ ਆਪਾਂ ਰੀਪ੍ਰਜੈਂਟ ਕਰਨਾ ਸਿਸਟਮ ਵਿੱਚ ਆਪਣਾ ਓਬਜੈਕਟ ਓਰੀਐਂਟਡ ਡਿਜ਼ਾਈਨ ਕਰਦੇ ਆ। ਠੀਕ ਹੈ, ਅਤੇ ਇਹਦੇ ਵਿੱਚ ਆਪਾਂ ਕਹਿੰਦੇ ਆਟੋਮੇਸ਼ਨ ਸੋਫਟਵੇਅਰ 'ਤੇ ਕੰਮ ਕਰਦੇ ਆ। ਆਟੋਮੇਸ਼ਨ ਸੋਫਟਵੇਅਰ ਯੂਜ਼ ਕਰਕੇ ਕਹਿੰਦਾ ਡਿਫਰੈਂਟ ਓਬਜੈਕਟ ਨੂੰ ਆਪਾਂ ਬਣਾ ਸਕਦੇ ਆ। ਅਤੇ ਸਾਡੇ ਓਬਜੈਕਟ ਓਰੀਐਂਟਡ ਡਿਜ਼ਾਈਨ 'ਚ ਆਪਾਂ ਕੀ ਆ ਜਾਂਦਾ ਓਬਜੈਕਟਸ ਆ ਜਾਂਦੀਆਂ ਸਾਡੀ ਕਲਾਸਿਸ ਕਿ ਆਪਾਂ ਕਿਸ ਟਾਈਪ ਦੀ ਕਲਾਸ ਯੂਜ਼ ਕਰੀਏ, ਕਿਸ ਤਰ੍ਹਾਂ ਮੈਸੇਜ ਯੂਜ਼ ਕਰਨੇ, ਅਬਸਟਰੈਕਸ਼ਨ ਕਿ ਡਾਟਾ ਨੂੰ ਕਿੱਦਾਂ ਅਬਸਟਰੈਕਟ ਕਰਨਾ, ਇਨਕੈਪਸੂਲੇਸ਼ਨ ਮਤਲਬ ਕਿ ਕਿੱਦਾਂ ਡਿਫਰੈਂਟ ਆਪਾਂ ਕੀ ਕਹਿੰਦੇ ਡਾਟਾ ਯੂਜ਼ ਕरें। ਇਨਹੈਰੀਟੈਂਸ ਮਤਲਬ ਕਿ ਕਿੱਦਾਂ ਵੈਲਿਊਸ ਆਪਾਂ ਅਸਾਈਨਸ ਕਰਨੀ। ਪੋਲੀਮੋਰਫਿਜ਼ਮਸ ਮਤਲਬ ਕੀ ਕਹਿੰਦੇ ਕਿੱਦਾਂ ਵੈਲਿਊਜ਼ ਇੱਕ ਦੂਜੇ ਡਿਪੈਂਡ ਕਰਦੀ ਹੈ। ਇਹ ਸਾਡੇ ਹੈਗਾ ਓਬਜੈਕਟ ਓਰੀਐਂਟਡ ਡਿਜ਼ਾਈਨ। ਪਹਿਲਾ ਹੈਗਾ ਸਾਡਾ ਓਬਜੈਕਟਸ ਕੀ ਹੁੰਦਾ। ਓਬਜੈਕਟਸ ਕੀ ਹੁੰਦਾ ਕੋਈ ਵੀ ਆਪਾਂ ਵੈਲਿਊਜ਼ ਨੂੰ ਐਂਟਰੀ ਕਰਾਈ ਆ ਉਹਨੂੰ ਆਪਾਂ ਕਿੱਦਾਂ ਡਿਜ਼ਾਈਨ ਕੀਤਾ ਓਬਜੈਕਟ ਨੂੰ ਉਹਨੂੰ ਆਪਾਂ ਕਹਿੰਦੇ ਆ ਓਬਜੈਕਟਸ। ਠੀਕ ਹੈ, ਜਿੱਦਾਂ ਫੋਰ ਐਗਜ਼ਾਮਪਲ ਪਰਸਨ ਹੈ, ਬੈਂਕ ਹੈ, ਕੰਪਨੀ ਦਾ ਆਪਾਂ ਤਿਆਰ ਕਰਤਾ ਓਬਜੈਕਟ। ਕਲਾਸਿਸ ਤੁਹਾਨੂੰ ਪਤਾ ਕੀ ਹੁੰਦੀ ਕਿ ਕੋਈ ਵੀ ਓਬਜੈਕਟ ਨੂੰ ਡਿਫਾਈਨ ਕਰੇ ਕਿਸ ਤਰੀਕੇ ਨਾਲ ਡਿਫਾਈਨ ਕਰਨਾ ਆਪਾਂ ਕਹਿੰਦੇ ਕਲਾਸਿਸ। ਇਹ ਕੀ ਕਹਿੰਦੇ ਕਿ ਜਿੱਦਾਂ ਫੋਰ ਐਗਜ਼ਾਮਪਲ ਤੁਹਾਡੀ ਕਲਾਸ ਹੈਗੀ ਏ। ਠੀਕ ਹੈ, ਏ ਕਿਹਨੂੰ ਰਿਪਰਜੈਂਟ ਕਰ ਦੂਗਾ ਕਿ ਕਲਾਸਿਸ ਤੁਹਾਡੇ ਕੀ ਸਟੂਲਸ ਹੈ, ਟੇਬਲ ਹੈ, ਬਲੈਕਬੋਰਡ ਹੈ, ਤੁਹਾਡੇ ਕੀ ਹੁੰਦੇ ਓਬਜੈਕਟਸ। ਮੈਸੇਜਿਸ ਕੀ ਹੁੰਦੇ ਕਿ ਜਿਹੜਾ ਆਪਾਂ ਓਬਜੈਕਟਸ ਯੂਜ਼ ਕੀਤੇ ਉਹਦੀ ਕਿੱਦਾਂ ਕਮਿਊਨੀਕੇਸ਼ਨਸ ਹੋਣੀ, ਕਿੱਦਾਂ ਮੈਸੇਜ ਪਾਸ ਹੋਣੇ ਉਹਨੂੰ ਆਪਾਂ ਕਹਿੰਦੇ ਮੈਸੇਜਿਸ। ਅਤੇ ਨੈਕਸਟ ਹੋ ਗਿਆ ਅਬਸਟਰੈਕਸ਼ਨ। ਅਬਸਟਰੈਕਸ਼ਨ ਕੀ ਹੁੰਦੀ ਕਿ ਆਪਾਂ ਉਹਦੀ ਜੋ ਕੋਈ ਵੀ ਕੰਮ ਕਰਦੇ ਕੰਪਲੈਕਸਿਟੀ ਕਿੱਦਾਂ ਹੈਂਡਲ ਕਰਨੀ ਆ, ਕਿੱਦਾਂ ਐਰਰ ਰਿਮੂਵ ਕਰਨੇ, ਕਿੱਦਾਂ ਕੰਡੀਸ਼ਨ ਫੰਕਸ਼ਨਸ ਪਰਫੋਰਮ ਕਰਨਾ ਆਪਣੇ ਕਿਚਨ ਦੇ ਅਬਸਟਰੈਕਸ਼ਨ ਦੇ ਵਿੱਚ। ਇਨਕੈਪਸੂਲੇਸ਼ਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਕਿੱਦਾਂ ਕੀ ਕਹਿੰਦੇ ਆਪਣੀ ਕੋਈ ਇਨਫੋਰਮੇਸ਼ਨ ਕਿੱਦਾਂ ਹਾਈਡ ਕਰਕੇ ਰੱਖਣਾ ਕੀ ਕਹਿੰਦੇ ਇੱਕ ਕਲਾਸ ਦੂਸਰੀ ਕਲਾਸ ਉਹਨੂੰ ਕਹਿੰਦੇ ਇਨਕੈਪਸੂਲੇਸ਼ਨਸ। ਇਨਹੈਰੀਟੈਂਸ ਕੀ ਹੁੰਦਾ ਕਿ ਉਹ ਕੀ ਕਹਿੰਦੇ ਕੋਈ ਵੀ ਇਨਹੈਰੀਟੈਂਸ ਮਤਲਬ ਕਿ ਕਿੱਦਾਂ ਆਪਾਂ ਕੀ ਕਹਿੰਦੇ ਹਰ ਇੱਕ ਕਿੱਦਾਂ ਕੋਡ ਨੂੰ ਆਪਾਂ ਇੰਪਲੀਮੈਂਟ ਕਿੱਦਾਂ ਇੰਪੋਰਟ ਕਰਨਾ, ਕਿੱਦਾਂ ਵੈਲਿਊਜ਼ ਅਲੋ ਕਰਨੀ, ਕਿੱਦਾਂ ਉਹਨੂੰ ਉਹਦੇ ਫੰਕਸ਼ਨ ਪਰਫੋਰਮ ਕਰਨੇ ਆਪਣੇ ਕਿਚਨ ਦੇ ਇਨਹੈਰੀਟੈਂਸ ਦੇ ਵਿੱਚ।
ਤੇ ਇਹਨਾਂ ਦੀ ਐਡਵਾਂਟੇजेस ਤੇ ਡਿਸਐਡਵਾਂਟੇजेस ਕੀ ਆ। ਐਡਵਾਂਟੇजेस ਕੀ ਆ ਇਹਦੀਆਂ ਕਿ ਜੋ ਆਪਾਂ ਕੋਈ ਵੀ ਕੀ ਕਹਿੰਦੇ ਮਕੈਨਿਜ਼ਮਸ ਯੂਜ਼ ਕਰਦੇ ਆ, ਕੀ ਕਹਿੰਦੇ ਈਜ਼ੀਲੀ ਉਹਨੂੰ ਕੀ ਕਹਿੰਦੇ ਕਲਾਸੀ ਮਤਲਬ ਈਜ਼ੀ ਡਿਫਾਈਨ ਕਰ ਦਿੰਦੇ ਕਿ ਕਿਸ ਟਾਈਪ ਦਾ ਆਪਾਂ ਐਂਟੀਟੀ ਯੂਜ਼ ਕੀਤੀ ਹੈ ਇਹਦੇ ਵਿੱਚ, ਠੀਕ ਹੈ। ਤੇ ਕੀ ਕਹਿੰਦੇ ਜੋ ਵੀ ਆਪਾਂ ਇਹਦੇ ਵਿੱਚ ਮਕੈਨਿਜ਼ਮ ਨੈਕਸਟ ਜੋ ਵੀ ਮਕੈਨਿਜ਼ਮ ਯੂਜ਼ ਕਰਦੇ ਉਹ ਕੀ ਕਹਿੰਦੇ ਸਾਨੂੰ ਡਿਜ਼ਾਈਨਿੰਗ ਜਾਂ ਪ੍ਰੋਗਰਾਮਿੰਗ ਦੇ ਰੂਪ 'ਚ ਈਜ਼ੀਲੀ ਮਿਲ ਜਾਂਦੀ ਹੈ, ਠੀਕ ਹੈ। ਨੈਕਸਟ ਹੈ ਕਿ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਆਪਣੇ ਗ੍ਰਾਫਿਕਲੀ ਸ਼ੋ ਕਰਦੇ, ਗ੍ਰਾਫਿਕਲ ਸ਼ੋ ਮਤਲਬ ਕਿ ਸਾਨੂੰ ਕਿ ਗ੍ਰਾਫਿਕ ਦੇ ਥਰੂ ਪਤਾ ਲੱਗਦਾ ਕਿਸ ਟਾਈਪ 'ਚ ਸਾਡੀ ਇਨਫੋਰਮੇਸ਼ਨ ਦੇ ਵਿੱਚ ਸਾਡੀ ਪ੍ਰੋਬਲਮਸ ਤੇ ਡਿਸਐਡਵਾਂਟੇजेस ਕੀ ਹੈ। ਕੋਈ ਵੀ ਆਬਜੈਕਟ ਕਲਾਸਿਸ ਬਣਾਓਗੇ ਉਹ ਸੈਲਫ ਕੰਟੇਨ ਮਤਲਬ ਕਿ ਆਪਣੇ 'ਤੇ ਡਿਪੈਂਡ ਨਹੀਂ ਦੂਸਰੇ 'ਤੇ ਡਿਪੈਂਡ ਕਰਦੇ, ਇਸ ਕਰਕੇ ਇਹਦੀ ਮੇਨ ਡਿਸਐਡਵਾਂਟੇਜ ਕੋਈ ਵੀ ਡਿਜ਼ਾਈਨਰ ਹੋਊਗਾ ਕੁਛ ਵੀ ਚੀਜ਼ ਬਣਾਊਗਾ ਉਹਨਾਂ ਨੇ ਕੀ ਕਹਿੰਦੇ ਗ੍ਰਾਫਿਕਲੀ ਥੋੜ੍ਹੇ ਰਿਪਰੈਜ਼ੈਂਟ ਕਰਨ 'ਚ ਥੋੜ੍ਹਾ ਪ੍ਰੋਬਲਮ ਆ ਰਹੀ ਸਿਕਿਉਰਿਟੀ ਕਰਕੇ। ਤੇ ਥੈਂਕ ਯੂ ਸੋ ਮਚ ਸਟੂਡੈਂਟ, ਅੱਜ ਲਈ ਬਸ ਇੰਨੇ ਲੈਕਚਰ। ਤੁਹਾਨੂੰ ਲੈਕਚਰ ਕੋਈ ਪ੍ਰੋਬਲਮ ਹੈ ਤੁਸੀਂ ਮੇਰੇ ਤੋਂ ਪੁੱਛ ਸਕਦੇ। ਥੈਂਕ ਯੂ ਸੋ ਮਚ।